वाहिगुरू जी का खालसा वाहिगुरू जी की फतेह। सतनाम वाहिगुरू साहिब जी दोहरा बल छुट गयो बंधन परे कशो ना होत उपाय। महाराज कहते हैं बाल छुट के बंधन परे। ਜਦੋਂ ਮਨੁੱਖ ਦੇ ਅੰਦਰੋਂ ਤਾਕਤ ਖਤਮ ਹੋ ਜਾਂਦੀ ਹੈ ਨਾ, ਫਿਰ ਮਨੁੱਖ ਬੰਧਨਾਂ 'ਚ ਪੈ ਜਾਂਦਾ ਹੈ। ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਸਰੀਰ ਦੇ ਵਿੱਚੋਂ ਤਾਕਤ ਰੋਗਾਂ ਨਾਲ ਲੜਨ ਵਾਲੀ ਜਿਹੜੀ ਉਹ ਖਤਮ ਹੋ ਜੇ ਨਾ, ਤੇ ਫਿਰ ਰੋਗ ਗਰਸ ਲੈਂਦੇ ਸਾਡੇ ਸਰੀਰ ਨੂੰ। ਸਾਡੇ ਅੰਦਰ ਇੱਕ ਤਾਕਤ ਹੈ ਜਿਹੜੀ ਨਿੱਕੇ ਮੋਟੇ ਰੋਗਾਂ ਨਾਲ ਲੜਦੀ ਰਹਿੰਦੀ ਹੈ, ਉਹ ਜੂਝਦੀ ਰਹਿੰਦੀ ਹੈ, ਉਹ ਸਾਨੂੰ ਤੰਦਰੁਸਤੀ ਦਿੰਦੀ ਹੈ। ਜਦੋਂ ਮਨ ਨੂੰ ਤਾਕਤ ਖਤਮ ਹੋ ਜਾਂਦੀ ਹੈ, ਫਿਰ ਸਾਰੇ ਨਿੱਕਾ ਜਿਹਾ ਰੋਗ ਵੀ ਫਿਰ ਜਾਨਲੇਵਾ ਹੁੰਦਾ ਹੈ ਜੀ ਉਹਦੇ ਵਾਸਤੇ, ਕਿਉਂਕਿ ਉਹਦੇ ਅੰਦਰ ਲੜਨ ਦੀ ਤਾਕਤ ਨਹੀਂ ਰਹੀ। ਮਰਦ ਕਹਿੰਦੇ ਇਸੇ ਤਰ੍ਹਾਂ ਜਦੋਂ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ। ਜਦੋਂ ਆਤਮਿਕ ਬਲ ਹਾਰ ਜਾਂਦਾ ਹੈ ਨਾ ਮਨੁੱਖ, ਤੇ ਫਿਰ ਬੰਧਨਾਂ 'ਚ ਪੈ ਜਾਂਦੇ, ਕੋਈ ਉਪਾਅ ਨਹੀਂ ਫਿਰ ਹੋ ਸਕਦਾ। ਬੜਾ ਪਿਆਰਾ ਇਹ ਭਾਵੁਕ ਸਲੋਕ ਹੈ ਵੀ ਜਿੱਥੋਂ ਸਾਨੂੰ ਤਾਕਤ ਮਿਲਣੀ ਸੀ ਵਿਕਾਰਾਂ ਨਾਲ ਜੂਝਣ ਦੀ, ਅਸੀਂ ਉਹ ਤਾਕਤ ਪ੍ਰਾਪਤ ਕੀਤੀ ਨਹੀਂ ਹੈ। ਅੱਜ ਨਾ ਕੁਦਰਤੀ ਸਤਿਗੁਰਾਂ ਨੇ ਹੁਕਮਨਾਮਾ ਸਾਹਿਬ ਵੀ ਉਹੀ ਸਾਨੂੰ ਬਖਸ਼ਿਆ ਹੈ ਵੀ ਅਸੀਂ ਅੱਜ ਰੋਗੀ ਬਣ ਗਏ, ਆਤਮਿਕ ਪੱਖੋਂ ਬਿਲਕੁਲ ਕਮਜ਼ੋਰ ਹੋ ਗਏ। ਕਾਰਨ ਇਹ ਹੈ ਕਿ ਜਿੱਥੋਂ ਤਾਕਤ ਮਿਲਣੀ ਸੀ ਉਹ ਤਾਕਤ ਲੈਣੀ ਛੱਡ ਦਿੱਤੀ ਹੈ। ਮਹਾਰਾਜ ਨੇ ਅੱਜ ਬਚਨ ਕਹੇ, ਜੀਓ ਤਪਤ ਹੈ ਬਾਰੂ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਮਿਲ ਲਾਏ। ਪੱਕੇ ਰੋਗੀ ਤਾਂ ਬਣ ਗਏ ਵੀ ਤਨ ਤੋਂ ਬਾਣੀ ਵਿਸਰ ਗਈ। ਹੁਣ ਤਾਕਤ ਕਿੱਥੋਂ ਮਿਲਣੀ ਸੀ? ਵਿਕਾਰਾਂ ਨਾਲ ਲੜਨ ਦੀ। ਬਾਣੀ ਤੋਂ ਬਾਣੀ ਵਿਸਰ ਗਈ ਤੇ ਵਿਕਾਰਾਂ ਦੇ ਵਿੱਚ ਖਚਤ ਹੋ ਗਏ, ਦਲਦਲ ਦੇ ਵਿੱਚ ਫਸ ਗਏ, ਤੇ ਹੁਣ ਉਪਾਏ ਕੁਝ ਨਹੀਂ ਹੈ। ਉਪਾਏ ਤੇ ਗੁਰਬਾਣੀ ਸੀ ਨਾ, ਨਾਮ ਸੀ, ਸਿੱਖਿਆ ਸੀ ਗੁਰੂ ਸਾਹਿਬ ਦੀ, ਉਪਦੇਸ਼ ਸ਼ਬਦ। ਮਹਾਰਾਜ ਕਹਿੰਦੇ ਉਹਦੇ ਨਾਲੋਂ ਟੁੱਟ ਗਿਆ, ਹੁਣ ਕੋਈ ਉਪਾਏ ਨਹੀਂ ਹੋ ਰਿਹਾ। ਅਸੀਂ ਵਿਕਾਰਾਂ ਨਾਲ ਲੜਾਂਗੇ ਤਾਂ ਨਾ। ਜੇ ਮੰਨ ਲਓ ਕਿਸੇ ਬੰਦੇ ਕੋਲ ਤਾਕਤ ਨਹੀਂ ਹੈ, ਜੇ ਤਾਕਤ ਨਹੀਂ ਤੇ ਇੱਕ ਬੰਦਾ ਵੀ ਭਾਰੀ ਪਏਗਾ, ਤੇ ਜੇ ਕਿਸੇ ਕੋਲ ਤਾਕਤ ਹੈ ਤੇ ਉਧਰ ਕੋਈ ਮੁੱਖ ਵੀ ਨਹੀਂ ਕਰਦਾ। ਆਪਾਂ ਕਈ ਵਾਰੀ ਵੇਖਦੇ ਨਾ, ਮਾੜਿਆਂ ਤੇ ਹਮਲਾ ਕੀਤਾ ਜਾਂਦਾ ਹੈ, ਇਹਨਾਂ ਨੂੰ ਖਤਮ ਕਰ ਦਿਓ। ਕਿ ਅੱਗੋਂ ਤਾਕਤ ਹੋਵੇ, ਕਦੇ ਮਾੜੇ ਬੰਦੇ ਨੇ ਤਗੜੇ ਨੇ ਹਮਲਾ ਕੀਤਾ ਹੈ? ਬਿਲਕੁਲ ਕਦੇ ਵੀ ਨਹੀਂ ਹੈ। ਜਦੋਂ ਸਾਡੇ ਅੰਦਰੋਂ ਸੱਚ ਖਤਮ ਹੋ ਜਾਂਦਾ ਹੈ, ਜਦੋਂ ਬਾਣੀ ਨਹੀਂ ਰਹਿੰਦੀ, ਫਿਰ ਵਿਕਾਰ ਹਮਲਾ ਕਰਦੇ ਆ। ਉਹ ਕਹਿੰਦੇ ਵੀ ਹੁਣ ਤੇ ਖਾਲੀ ਜਗ੍ਹਾ ਹੀ ਹਮਲਾ ਕਰੋ, ਤੇ ਫਿਰ ਇੰਨਾ ਕੁ ਮਨੁੱਖ ਬੰਧਨਾਂ 'ਚ ਪੈ ਜਾਂਦੇ, ਫਿਰ ਕਛੂ ਨਾ ਹੋ ਤੋਂ ਪਾਏ, ਕੋਈ ਉਪਾਏ, ਫਿਰ ਕੋਈ ਉਪਾਏ ਨਹੀਂ। ਕਈ ਵਾਰੀ ਆਪਾਂ ਵੇਖਦੇ ਬੱਚਾ ਨਸ਼ੇ 'ਚ ਪੈ ਜਾਂਦਾ ਹੈ, ਉਹ ਇੰਨਾ ਕੁ ਨਸ਼ੇ 'ਚ ਖਚਤ ਹੋ ਜਾਂਦੇ, ਹੁਣ ਉਪਾਅ ਹੀ ਕੋਈ ਨਹੀਂ, ਜੋ ਮਰਜ਼ੀ ਕਰ ਲਓ। ਹੁਣ ਤੇ ਕਿਤੇ ਹਸਪੀਟਲ 'ਤੇ ਜਾਓ, ਹਸਪੀਟਲਾਂ 'ਚ ਜਾਓ, ਉਹ ਨਸ਼ਾ ਛੱਡਣ ਵਾਲੀਆਂ ਗੋਲੀਆਂ ਲੈਣ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਹੈ। ਚਲੋ ਜਿਹੜੇ ਤੇ ਵੈਸੇ ਹੀ ਛੱਡਣਾ ਚਾਹੁੰਦੇ ਉਹਨਾਂ ਵਾਸਤੇ ਠੀਕ ਹੈ, ਕਈ ਉਹ ਨਸ਼ਾ ਕਰਨ ਵਾਸਤੇ ਵੀ ਗੋਲੀਆਂ ਵਰਤਦੇ ਨੇ। ਹੁਣ ਕਛੂ ਨਾ ਹੋ ਤੋਂ ਪਾਏ ਨਾ, ਵੀ ਕਰਨ ਵਾਲੇ ਦੇ ਵੱਸ ਦੀ ਗੱਲ ਬਾਹਰ ਹੋ ਗਈ ਵੀ ਹੁਣ ਮੈਂ ਬਚਣਾ ਹੀ ਨਹੀਂ ਹੈ। ਤੇ ਜੇ ਉਹ ਆਪਣੇ ਆਪ ਨੂੰ ਅੰਦਰੋਂ ਬਲਵਾਨ ਕਰੇ, ਫਿਰ ਕਿਸੇ ਟੈਬਲੇਟ ਦੀ ਲੋੜ ਨਹੀਂ ਹੈ, ਕਿਸੇ ਚੀਜ਼ ਦੀ ਲੋੜ ਨਹੀਂ, ਉਹ ਸਟਰੋਂਗ ਹੋ ਸਕਦਾ ਹੈ। ਗੱਲ ਤੇ ਮਨ ਬੰਨਣਾ ਬਾਣੀ ਨੇ। ਕਿਸੇ ਦੇ ਕੋਈ ਪ੍ਰਚਾਰ ਕੀਤਿਆਂ ਕੁਝ ਨਹੀਂ ਛੱਡਦਾ, ਕੁਝ ਨਹੀਂ। ਹਾਂ, ਕਿਤੇ ਸਾਡਾ ਅੰਦਰ ਜੁੜ ਜਾਏ, ਜਿੱਥੋਂ ਤਾਕਤ ਮਿਲਣੀ ਹੈ, ਜਦੋਂ ਨੂੰ ਉਹ ਹੌਸਲਾ ਮਿਲ ਗਿਆ। ਜਿਵੇਂ ਉਹ ਇਤਿਹਾਸਕਾਰ ਕਹਿੰਦੇ ਹੈ ਵੀ ਸ਼ੇਰ ਹੈ, ਉਹਦੀ ਇੱਕ ਦਿਨ ਦੀ ਜ਼ਿੰਦਗੀ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਨਾਲੋਂ ਚੰਗੀ ਹੈ। ਸ਼ੇਰ ਹੌਸਲੇ ਨਾਲ ਜਿਉਂਦਾ ਹੈ, ਗਿੱਦੜ ਡਰ ਕੇ ਜਿਉਂਦਾ ਹੈ। ਡਰਦਾ ਤਾਂ ਵੀ ਉਹਦੇ ਕੋਲ ਹੌਸਲਾ ਹੀ ਨਹੀਂ ਹੈ। ਸ਼ੇਰ ਦੇ ਅੰਦਰ ਇੱਕ ਹੌਸਲਾ, ਹਾਥੀ ਹੈ। ਮਹਾਰਾਜ ਨੇ ਅੱਗੇ ਗੱਲ ਕੀਤੀ ਹਾਥੀ ਦੀ, ਇਹਨਾਂ ਪਾਵਨ ਸਲੋਕਾਂ ਦੇ ਅੰਦਰ। ਉਹ ਪਸ਼ੂਆਂ 'ਚੋਂ ਸਭ ਤੋਂ ਵੱਧ ਤਾਕਤਵਰ ਹੈ, ਪਰ ਸ਼ੇਰ ਵਰਗਾ ਹੌਸਲਾ ਉਹਦੇ 'ਚ ਨਹੀਂ ਹੈ। ਵੈਸੇ ਤਾਕਤਵਰ ਉਹ ਸ਼ੇਰ ਨਾਲੋਂ,
पर शेर वर्गा हौसला नहीं है, इस करके शेर तो हार जाता है। बस इत्थे महाराज कहते बुराई नाल लड़न की ताकत अंदरों होनी चाहिए है, साडे अंदरों वो ताकत जिहड़ी खत्म हो चुकी है। बल छुट के वो बंधन भरे सी, बंधना च पै गए। बंधन मात पिता संसार, बंधन सुत कन्या नार, काम क्रोध लोभ मोह अहंकार तसी ग्रसे गए। कि शब्द है पावन ਉਹਦੇ 'ਚ ਇਹੀ ਤੇ ਬੇਨਤੀ ਕੀਤੀ ਗਈ ਹੈ ਵੀ ਮੈਂ ਨਾ ਵਿਕਾਰਾਂ ਤੋਂ ਬਚਣ ਵਾਸਤੇ, ਮੈਂ ਜਿਹੜੀ ਦਲਦਲ 'ਚ ਪਿਆ ਉਹਦੇ 'ਚੋਂ ਨਿਕਲਣ ਵਾਸਤੇ ਉਹ ਆ ਕੀ ਕਰਾਂ। ਤੇ ਫਿਰ ਉਹ ਸੋਚਦਾ ਕਹਿੰਦਾ ਵੀ ਮੇਰਾ ਦਿਲ ਕਰਦਾ ਮੈਂ ਘਰ ਛੱਡ ਕੇ ਚਲਾ ਜਾਵਾਂ। ਕਈ ਵਾਰੀ ਐਸਾ ਹੁੰਦਾ ਨਾ, ਔਰ ਤੁਸੀਂ ਕਿਤੇ ਆਪਾਂ ਖਬਰ ਪੜ੍ਹਦੇ ਹਾਂ, ਉਹ ਕਹਿੰਦੇ ਜੀ ਕਿਸੇ ਬੱਚੇ ਨੇ ਸੁਸਾਈਡ ਕਰ ਲਿਆ ਤੇ ਉਹਨੇ ਪਹਿਲਾਂ ਇੱਕ ਚਿੱਠੀ ਆਪਣੇ ਮਾਂ ਪਿਓ ਨੂੰ ਕਹਿੰਦਾ ਜੀ ਮੇਰੇ ਵੱਸ ਦੀ ਗੱਲ ਨਹੀਂ ਰਹੀ। ਉਹ ਕਿਉਂ? ਕਿਉਂਕਿ ਉਹਦੇ ਅੰਦਰ ਤਾਕਤ ਨਹੀਂ ਰਹੀ। ਉਹ ਕਹਿੰਦਾ ਜੀ ਮੈਂ ਮਜਬੂਰ ਹੋ ਗਿਆ ਹਾਂ, ਤੁਹਾਡੀ ਮੈਂ ਸੇਵਾ ਨਹੀਂ ਕਰ ਸਕਿਆ, ਮੈਂ ਆ ਫਿਰ ਉਹ ਫਾਹਾ ਲੈ ਲੈਂਦਾ ਵੀ ਤਾਕਤ ਅੰਦਰੋਂ ਖਤਮ ਹੋ ਗਈ। ਮਰਜ਼ ਕਹਿੰਦੇ ਵੀ ਫਿਰ ਬੰਦਾ ਸੋਚਦਾ ਘਰ ਛੱਡ ਕੇ ਭੱਜ ਜੋ। ਗ੍ਰਹਿ ਤਜ ਬਣ ਖੰਡ ਜਾਈਏ, ਕਹਿੰਦੇ ਵੀ ਫਿਰ ਸੋਚ ਬਣੀ ਵੀ ਵਿਕਾਰਾਂ ਨੂੰ ਸ਼ਾਇਦ ਜਿੱਤਿਆ ਜਾ ਸਕਦਾ, ਘਰ ਛੱਡ ਜੋ, ਬਣ ਖੰਡ ਜਾਈਏ ਵੀ ਜੰਗਲਾਂ 'ਚ ਚਲੇ ਜਾਈਏ। ਚੁਣ ਖਾਈਏ ਕੰਦਾ, ਵੀ ਉੱਥੇ ਜੋ ਮਿਲੇ ਫੁੱਲ ਮਿਲ ਜੇ, ਫਲ ਮਿਲਦੇ, ਪੱਕਾ ਫਲ ਮਿਲ ਜੇ, ਕੱਚਾ ਫਲ ਮਿਲ ਜੇ। ਹੁਣ ਜੰਗਲਾਂ 'ਚ ਰਹਿਣ ਵਾਲੇ ਨੂੰ ਕੁਝ ਨਾ ਕੁਝ ਖਾਣਾ ਪੈਂਦਾ ਵੀ ਮੈਂ ਉਹ ਘਾਹ ਵਗੈਰਾ ਦਾ ਕੁਝ ਵੀ ਖਾ ਕੇ ਆਪਣਾ ਗੁਜ਼ਾਰਾ ਕਰਾਂ। ਤੇ ਬਾਬਾ ਫਰੀਦ ਜੀ ਨੇ ਬਹੁਤ ਲੰਮਾ ਸਮਾਂ ਆਪਣਾ ਜੀਵਨ ਜੰਗਲਾਂ 'ਚ ਬਤੀਤ ਕੀਤਾ ਤੇ ਉਹਨਾਂ ਨੇ ਬਚਨ ਕਹੇ, ਫਰੀਦਾ ਰੋਟੀ ਮੇਰੀ ਕਾਠ ਕੀ ਲਾਵੜ ਮੇਰੀ ਭੁੱਖ। ਕਹਿੰਦੇ ਉਹ ਕਾਠ ਦੀ ਰੋਟੀ, ਕਾਠ ਦੀ ਰੋਟੀ ਦਾ ਅਰਥ ਕਈ ਵਿਦਵਾਨਾਂ ਨੇ ਕੀਤਾ ਇੱਕ ਲੱਕੜ ਦੀ ਰੋਟੀ ਆਪਣੇ ਕੋਲ ਰੱਖਦੇ ਹਾਂ, ਰੋਟੀ ਵਰਗੀ ਲੱਕੜ ਬਣਾ ਕੇ ਨਾ ਤੇ ਉਹਨੂੰ ਚੱਕ ਮਾਰ ਲੈਂਦੇ ਆ। ਇਸ ਤਰ੍ਹਾਂ ਭੁੱਖ ਨਹੀਂ ਮਿਟਦੀ। ਲੱਕੜ ਦਾ ਅਰਥ ਹੈ ਵੀ ਦਰਖਤ ਤੋਂ ਜੋ ਕੁਝ ਪ੍ਰਾਪਤ ਹੋਇਆ ਉਹ ਖਾ ਕੇ ਆਪਣਾ ਜੀਵਨ ਬਤੀਤ ਕੀਤਾ। ਉਹਦੇ 'ਚ ਫਲ ਵੀ ਹੋ ਸਕਦੇ, ਉਹਦੇ 'ਚ ਪੱਤੇ ਵੀ ਹੋ ਸਕਦੇ, ਸੱਕ ਵੀ ਹੋ ਸਕਦੇ ਹੈ ਵੀ ਉਹ ਖਾ ਕੇ ਵੀ ਮੇਰਾ ਮਨ ਬਣਿਆ ਵਿਕਾਰ ਜਿੱਤੇ ਜਾ ਸਕਦੇ, ਘਰ ਛੱਡ ਜਾਈਏ। ਚੁਣ ਖਾਈਏ ਕੰਦਾ, ਪਰ ਹੋਇਆ ਕਿ ਚਲੇ ਗਿਆ ਘਰ ਛੱਡ ਦਿੱਤਾ। ਤੇ ਉੱਥੇ ਜਾ ਕੇ ਕੀ ਹੋਇਆ, ਅਜੂ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ, ਘਰ ਛੱਡ ਦਿੱਤਾ। ਪਾਪੀ ਮਨ ਮੰਦੇ ਨੇ ਵਿਕਾਰ ਅਜੇ ਵੀ ਨਹੀਂ ਛੱਡੇ ਹੈ। ਜੰਗਲ 'ਚ ਚਲੇ ਗਿਆ, ਕੰਦ ਕੂੜ ਚੁਣ ਕੇ ਖਾਧਾ ਵੀ ਸ਼ਾਇਦ ਮੈਂ ਬਚ ਜਾਵਾਂਗਾ। ਮਹਾਰਾਜ ਕਹਿੰਦੇ ਉੱਥੇ ਗਿਆ ਕਿਹੜਾ ਵਿਕਾਰਾਂ ਨੇ। ਮਹਾਰਾਜ ਨੇ ਬਹੁਤ ਵਾਰੀ ਕਿਹਾ, ਦਾਸ ਨੇ ਬੇਨਤੀ ਕੀਤੀ ਹੈ ਵਿਕਾਰਾਂ ਨੂੰ ਜਿੱਤਣ ਵਾਸਤੇ ਘਰ ਛੱਡਣ ਦੀ ਲੋੜ ਨਹੀਂ ਹੈ। ਮਹਾਰਾਜ ਕਹਿੰਦੇ ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਸਰੀਰ ਦੇਸ਼ ਛੱਡ ਕੇ ਪ੍ਰਦੇਸ਼ 'ਚ ਚਲਾ ਗਿਆ। ਇਹ ਕਹਿੰਦੇ ਚੰਡਾਲ ਦੇ ਨਾਲ ਹੀ ਆਏ ਨਾ ਪ੍ਰਦੇਸ਼ 'ਚ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਛੱਡਣੇ ਇਹ ਸੀ, ਉਹਨਾਂ ਨੂੰ ਨਾਲ ਹੀ ਚੁੱਕੀ ਫਿਰਦਾ। ਘਰ ਨਹੀਂ ਸੀ ਛੱਡਣਾ, ਘਰ ਛੱਡ ਦਿੱਤਾ। ਤੇ ਮਹਾਰਾਜ ਕਹਿੰਦੇ ਅਜੂ ਵਿਕਾਰ ਨਾ ਛੋਡੇ, ਹਜੇ ਵੀ ਵਿਕਾਰ ਨਹੀਂ ਛੱਡਦਾ ਮਨ। ਪਾਪੀ ਮਨ ਬੰਦਾ, ਪਾਪੀ ਮਨ, ਕਿਉਂਕਿ ਇਹਨੂੰ ਤਾਕਤ ਨਹੀਂ ਮਿਲੀ ਜਿਹਦੇ ਵਿਕਾਰ ਛੱਡਣ ਵਾਲੀ। ਤਾਕਤ ਸਿੱਖ ਨੂੰ ਕਿੱਥੋਂ ਮਿਲਦੀ ਹੈ? ਬਾਣੀ ਤੋਂ, ਨਾਮ ਚੋਂ। ਤੇ ਜੇ ਨਾਮ ਬਾਣੀ ਚੋਂ ਤਾਕਤ ਨਹੀਂ ਤੇ ਫਿਰ ਵਿਕਾਰਾਂ ਨੇ ਛੱਡਣਾ ਵੀ ਕੋਈ ਨਹੀਂ ਹੈ। ਅੰਦਰ ਨੇਤੇ ਪੰਜ ਜਵਾਨ, ਮੈਂ ਜਵਾਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਕਦੋਂ ਜਿੱਤੇ? ਗੁਰ ਥਾਪੀ ਦਿੱਤੀ ਕੰਡ ਜੀਓ, ਜਦੋਂ ਗੁਰੂ ਸਾਹਿਬ ਨੇ ਕੰਡ ਤੇ ਥਾਪੀ ਰੱਖੀ, ਭਾਵ ਕਿ ਗੁਰੂ ਤੋਂ ਗੁਰ ਸਿੱਖ ਲਏ ਇਹਨਾਂ ਨੂੰ ਜਿੱਤਣ ਦੇ। ਹੁਣ ਮੰਨ ਲਓ ਕਿਸੇ ਨੇ ਪਹਿਲਵਾਨ ਨੇ ਮੈਦਾਨ ਖਾੜੇ 'ਚ ਉਤਰਨਾ, ਉਹ ਸਿੱਧਾ ਜਾ ਕੇ ਥੋੜ੍ਹੀ ਉਤਰ ਸਕਦਾ, ਉਹਨੂੰ ਪਤਾ ਲੱਤਾਂ ਬਾਹਾਂ ਟੁੱਟ ਜਾਣਗੀਆਂ। ਫਿਰ ਉਹ ਇੱਕ ਗੁਰੂ ਧਾਰਨ ਕਰੇਗਾ, ਫਿਰ ਉਹਦੇ ਤੋਂ ਗੁਰ ਸਿੱਖੇਗਾ, ਫਿਰ ਉਹ ਮੈਦਾਨ 'ਚ ਜਾਏਗਾ, ਫਿਰ ਉਹ ਕਈਆਂ ਨੂੰ ਹਰਾ ਵੀ ਦਿੰਦਾ ਹੈ। ਇਸੇ ਤਰ੍ਹਾਂ ਤੇ ਅਸੀਂ ਵਿਕਾਰਾਂ ਨੂੰ ਜਿੱਤਣਾ, ਗੁਰੂ ਤੋਂ ਗੁਰ ਸਿੱਖਣ ਦੀ ਲੋੜ ਹੈ। ਫਿਰ ਗੁਰੂ ਇੱਕ ਇਮਿਊਨਿਟੀ, ਇੱਕ ਤਾਕਤ, ਇੱਕ ਹੌਸਲਾ, ਇੱਕ ਬਲ ਸਾਨੂੰ ਦੇਵੇਗਾ ਤੇ ਉਸ ਬਲ ਦੇ ਨਾਲ ਅਸੀਂ ਇਹਨਾਂ ਵਿਕਾਰੀਆਂ ਨੂੰ ਜਿੱਤ ਸਕਦੇ ਹਾਂ। ਦਸ ਨੇ ਬਹੁਤ ਵਾਰੀ ਬੇਨਤੀ ਕੀਤੀ, 40 ਸਿੰਘਾਂ ਨੂੰ 10 ਲੱਖ ਨੇ ਘੇਰਾ ਪਾ ਦਿੱਤਾ। ਹੁਣ ਕੋਈ ਮੇਨ ਤੋਲ ਤੇ ਹੈ ਨਹੀਂ ਹੈ ਵੀ 40 ਦੱਸੋ ਕਿਵੇਂ ਮੁਕਾਬਲਾ ਕਰਨਗੇ 10 ਲੱਖ ਦਾ, ਪਰ ਉਹਨਾਂ ਨੇ ਕੀਤਾ ਕਿਉਂਕਿ ਉਹਨਾਂ ਨੂੰ ਹੌਸਲਾ ਦੇਣ ਵਾਲਾ ਗੁਰੂ ਉਹਨਾਂ ਦੇ ਨਾਲ ਖੜਾ ਹੈ। ਤੇ ਜੇ 40 ਹੌਸਲਾ ਛੱਡ ਜਾਂਦੇ ਤੇ ਉੱਥੇ ਬਣਦਾ ਕੀ? ਤੇ ਮਹਾਰਾਜ ਨੇ ਕਿਹਾ ਸੀ ਸਾਡੀ ਜਿੱਤ ਹੋਈ ਹੈ। ਤੇ ਸਿੰਘ ਕਹਿੰਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜੇ ਤੁਸੀਂ ਨਾਲ ਹੋ ਨਾ, ਅਸੀਂ 10 ਲੱਖ ਤੇ ਵੀ ਭਾਜੀ ਪੈਣ ਵਾਲੇ ਆ। ਆਹ ਤਾਕਤ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਸੀ। ਤੇ ਜੇ ਇੰਨਾ ਕੋਈ ਬਲ ਨਾ ਹੁੰਦਾ ਤੇ 40 ਦਾ ਮੁਕਾਬਲਾ ਹੀ ਕੋਈ ਨਹੀਂ 10 ਲੱਖ ਦੇ ਨਾਲ। ਇਤਿਹਾਸ ਹੁਣ ਸ਼ਾਮ ਨੂੰ ਚੱਲਿਆ, ਲੱਖਾਂ ਦੀ ਗਿਣਤੀ 'ਚ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ।
ਤੇ ਮਹਾਰਾਜ ਅੱਗੋਂ ਜੀ ਜਾਨ ਨਾਲ ਲੜਦੇ, ਕਹਿੰਦੇ ਜਿੰਨਾ ਚਿਰ ਹੈਗੇ ਆ ਜੂਝਾਂਗੇ। ਤੇ ਜਿੱਤ ਵੀ ਹੌਸਲੇ ਵਾਲਿਆਂ ਦੀ, ਜਿੱਤ ਬਹੁਤ ਗਿਣਤੀ ਵਾਲਿਆਂ ਦੀ ਨਹੀਂ ਹੁੰਦੀ ਹੈ, ਜਿੱਤ ਹੌਸਲੇ ਵਾਲਿਆਂ ਦੀ ਹੁੰਦੀ। ਮੰਨ ਲਓ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ, ਜੇ ਤੇ ਉਹ ਹੌਸਲਾ ਛੱਡ ਗਿਆ, ਡਾਕਟਰ ਸਾਹਿਬ ਬੈਠੇ ਵੀ ਔਰ ਕਹਿੰਦੇ ਵੀ ਹੈ ਵੀ ਭਾਈ ਹੌਸਲਾ ਨਹੀਂ ਛੱਡਣਾ। ਜੇ ਤੇ ਮਨੁੱਖ ਛੱਡ ਗਿਆ ਹੁਣ ਮੇਰਾ ਕੀ ਬਣੇਗਾ, ਮੇਰਾ ਕੀ ਬਣੇਗਾ, ਉਹ ਫਿਰ ਨਾ ਮਨੁੱਖ ਖਤਮ ਹੋ ਜਾਂਦਾ ਹੈ। ਜੇ ਕਹਿੰਦੇ ਬਿਮਾਰੀ ਕਿੱਡੀ ਗੱਲ ਹੈ, ਮੈਂ ਜਿੱਤ ਸਕਦਾ, ਫਿਰ ਉਹ ਬਿਮਾਰੀ ਨੂੰ ਖਤਮ ਵੀ ਕਰ ਦਿੰਦਾ ਹੈ। ਆ ਪਿੱਛੇ ਜੇ ਨਾ ਇੱਕ ਉਹਨਾਂ ਨੇ ਸਰਚ ਕੀਤੀ, ਇੱਕ ਬੰਦੇ ਨੂੰ ਉਹਨਾਂ ਨੇ ਫਾਂਸੀ ਦੇਣੀ ਸੀ ਤੇ ਉਹਦੀ ਫਾਂਸੀ ਦੀ ਸਜ਼ਾ ਬਦਲ ਕੇ ਨਾ ਉਹਨਾਂ ਨੇ ਕਿਹਾ ਵੀ ਇਹਨੂੰ ਸੱਪ ਲੜਾ ਕੇ ਮਾਰ ਦਿਓ। ਉਹਨਾਂ ਨੇ ਕਿਹਾ ਵੀ ਇਹਨੂੰ ਸੱਪ ਲੜਾ ਕੇ ਮਾਰੋ। ਤੇ ਉਹਨਾਂ ਨੇ ਕੀ ਕੀਤਾ, ਸੱਪ ਲਿਆਂਦਾ ਜੀ ਇੱਕ, ਉਸ ਬੰਦੇ ਦੇ ਸਾਹਮਣੇ ਜਿਹਦੀ ਫਾਂਸੀ ਦੀ ਸਜ਼ਾ ਸੱਪ ਦੇ ਡੰਗ ਵਾਲੀ ਹੋ ਗਈ। ਉਹਨਾਂ ਨੇ ਸੱਪ ਵਿਖਾਇਆ ਉਸ ਬੰਦੇ ਨੂੰ ਵੀ ਤੈਨੂੰ ਹੁਣ ਫਾਂਸੀ ਨਹੀਂ ਦੇਣੀ ਹੈ, ਤੈਨੂੰ ਸੱਪ ਦਾ ਡੰਗ ਭਰਵਾਉਣਾ ਹੈ, ਇਹਦੇ ਨਾਲ ਤੇਰੀ ਮੌਤ ਹੋਏਗੀ। ਤੇ ਉਹਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਸੱਪ ਦਾ ਡੰਗ ਭਰਵਾਉਣ ਤੋਂ ਪਹਿਲਾਂ। ਸੱਪ ਵਿਖਾਇਆ ਹੈ ਪਰ ਸੱਪ ਦਾ ਡੰਗ ਉਹਨੂੰ ਮਾਰਿਆ ਨਹੀਂ ਹੈ। ਧਿਆਨ ਦੇ ਕੇ ਬੇਨਤੀ ਸੁਣਿਓ, ਜਦੋਂ ਅਸੀਂ ਆਤਮਿਕ ਪੱਖੋਂ ਕਮਜ਼ੋਰ ਹੋ ਜਾਂਦੇ ਫਿਰ ਸਰੀਰ ਵੀ ਖਤਮ ਹੋ ਜਾਂਦਾ ਹੈ। ਉਹ ਵਿਕਾਰਾਂ ਨੇ ਤੇ ਫਿਰ ਹਮਲਾ ਕਰਨੇ ਕਰਨਾ। ਉਹਨਾਂ ਨੇ ਸੱਪ ਵਿਖਾਇਆ, ਉਸ ਕੈਦੀ ਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਹੈ। ਉਹਨਾਂ ਨੇ ਸੱਪ ਦਾ ਡੰਗ ਨਹੀਂ ਮਰਵਾਇਆ, 2 ਸੂਈਆਂ ਚੁਭੀਆਂ ਉਹਦੇ ਸਰੀਰ ਦੇ ਉੱਪਰ। ਉਹਨੂੰ ਐਂ ਲੱਗਾ ਵੀ ਮੈਨੂੰ ਸੱਪ ਨੇ ਡੰਗ ਮਾਰ ਦਿੱਤਾ ਹੈ। 5 ਮਿੰਟ 'ਚ ਉਸ ਬੰਦੇ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਸੱਪ ਲੜਾਇਆ ਨਹੀਂ ਉਹਨੂੰ, ਸਿਰਫ 2 ਸੂਈਆਂ ਦੀ ਚੁੱਭ ਦਿੱਤੀ ਵੀ ਇਹਨੂੰ ਲੱਗੇ ਵੀ ਸੱਪ ਨੇ ਡੰਗ ਮਾਰਿਆ। 5 ਮਿੰਟ 'ਚ ਉਸ ਬੰਦੇ ਦੀ ਮੌਤ ਹੋ ਜਾਂਦੀ। ਉਹਦਾ ਪੋਸਟਮਾਰਟਮ ਕੀਤਾ ਜਾਂਦਾ, ਕਹਿੰਦੇ ਜ਼ਹਿਰ ਨਾਲ ਬੰਦਾ ਮਰਿਆ। ਜ਼ਹਿਰ ਤੋਂ ਉਹਦੇ ਸਰੀਰ 'ਚ ਗਿਆ ਹੀ ਨਹੀਂ, ਜ਼ਹਿਰ ਸੁਰਤ 'ਚ ਉਹਦੀ 'ਚੋਂ ਪੈਦਾ ਹੋ ਗਿਆ ਜੀ। ਜ਼ਹਿਰ ਅੰਦਰੋਂ ਪੈਦਾ ਹੋਇਆ। ਕਹਿੰਦੇ ਬੰਦਾ ਜ਼ਹਿਰ ਨਾਲ ਮਰਿਆ, ਜ਼ਹਿਰ ਸੱਪ ਨੇ ਤੇ ਡੰਗ ਹੀ ਨਹੀਂ ਮਾਰਿਆ। ਜਦੋਂ ਬੰਦਾ ਹੌਸਲਾ ਛੱਡ ਜਾਂਦਾ ਉਦੋਂ ਬੰਦੇ ਦੀ ਆਤਮਿਕ ਪੱਖੋਂ ਵੀ ਮੌਤ ਹੈ, ਸਰੀਰਕ ਪੱਖੋਂ ਵੀ ਬੰਦਾ ਮਰ ਜਾਂਦਾ ਹੈ। ਵੱਡੀਆਂ ਵੱਡੀਆਂ ਬਿਮਾਰੀਆਂ ਲੋਕ ਜਿੱਤ ਕੇ ਜਿਨ੍ਹਾਂ ਨੇ ਹੌਸਲਾ ਨਹੀਂ ਛੱਡਿਆ ਤੇ ਮਾਫ ਕਰਨਾ ਜਿਹੜੇ ਹੌਸਲਾ ਛੱਡ ਦਿੰਦੇ ਹੈ। ਆ ਕਈਆਂ ਨੂੰ ਸ਼ੂਗਰ ਹੈ, ਜਿਨ੍ਹਾਂ ਦੇ ਅੰਦਰ ਹੌਸਲਾ ਕਹਿੰਦੇ ਕੋਈ ਗੱਲ ਨਹੀਂ ਹੈ, ਥੋੜ੍ਹਾ ਜਿਹਾ ਪਰਹੇਜ਼ ਕਰੋ, ਕੋਈ ਨਹੀਂ, ਉਹ ਸੈਰ ਕਰਦੇ ਹੋ ਜਿੱਤ ਲੈਂਦੇ ਹੈ। ਤੇ ਕਈਆਂ ਨੂੰ ਥੋੜ੍ਹੀ ਜਿਹੀ ਹੋ ਜਾਂਦੀ, ਵਹਿਮ ਕਰ ਲੈਂਦੇ, ਥੋੜ੍ਹੇ ਦਿਨਾਂ ਦੀ ਮੰਜੇ 'ਤੇ ਪੈ ਜਾਂਦੇ ਹੈ। ਸਾਨੂੰ ਹੌਸਲਾ ਬਣਾ ਕੇ, ਇਹ ਬਲ ਸਾਨੂੰ ਗੁਰੂ ਤੋਂ ਮਿਲਣਾ ਹੈ, ਇਹ ਤਾਕਤ ਗੁਰੂ ਸਾਹਿਬ ਤੋਂ ਮਿਲਣੀ ਹੈ। ਘਰ ਛੱਡਿਆ ਨਹੀਂ ਆਉਣੀ, ਜੰਗਲ 'ਚ ਜਾਇਆ ਨਹੀਂ ਹੈ, ਇਹ ਵਿਕਾਰ ਨਹੀਂ ਬੰਦੇ ਛੱਡਣੇ। ਵਿਕਾਰ ਗੁਰੂ ਸਾਹਿਬ ਦਾ ਸੰਗ ਕਰਾਂਗੇ ਤੇ ਫਿਰ ਇਹ ਦੂਰ ਭੱਜਣਗੇ। ਮਹਾਰਾਜ ਕਹਿੰਦੇ ਕਿਉਂ ਛੂਟੂ ਕੈਸੇ ਤਰੂ। ਇੱਕ ਬੇਨਤੀ ਹੈ, ਬਲ ਛੁੱਟ ਕੇ ਉਹ ਬੰਧਨ ਪਰੇ, ਕਿਉਂ ਛੂਟੂ ਕੈਸੇ ਤਰੂ। ਹੁਣ ਸੋਚਦਾ ਕਿਵੇਂ ਛੁੱਟਾਂ ਵਿਕਾਰਾਂ ਤੋਂ, ਕਿਵੇਂ ਤਰ੍ਹਾਂ ਭਵ ਸਾਗਰ ਤੋਂ। ਅਸੀਂ ਸਾਰੇ ਸੋਚਦੇ ਹਾਂ ਇਹ ਤੇ ਗੱਲ ਵੀ ਕਿਵੇਂ ਬਚਾਂ। ਭਵਜਲ ਨਿੱਧ ਭਾਰੀ, ਇਹ ਭਵਜਲ ਨਿੱਧ ਭਾਰੀ ਹੈ। ਸਮੁੰਦਰ ਦੇ ਵਿੱਚ ਤੈਰਨਾ ਬੜਾ ਔਖਾ ਹੈ। ਕਈ ਵਾਰੀ ਨਾ ਐਸਾ ਹੁੰਦਾ ਹੈ, ਇੱਕ ਨਦੀ ਆ ਗਈ ਤੇ ਉੱਥੇ 10 ਬੰਦੇ ਹੈ, ਉਹਨਾਂ 'ਚੋਂ ਇੱਕ ਬੰਦੇ ਨੂੰ ਸਿਰਫ ਤੈਰਨਾ ਆਉਂਦਾ ਹੈ ਤੇ ਦੂਸਰੇ ਤੇ ਉਹਨੂੰ ਡਰੇ ਖੜੇ ਨੇ। ਇੱਕ ਬੰਦੇ ਨੇ ਹਿੰਮਤ ਕੀਤੀ, ਉਹ ਨਦੀ ਪਾਰ ਕਰ ਗਿਆ। ਉਸ 9 ਬੰਦਿਆਂ 'ਚ ਵੀ ਹਿੰਮਤ ਆਈ, ਉਹਨਾਂ ਨੇ ਵੀ ਫਿਰ ਉਹਨੂੰ ਪਾਰ ਕੀਤਾ। ਹੌਸਲਾ ਇੱਕ ਨੂੰ ਵੇਖ ਕੇ ਇਸ ਤਰ੍ਹਾਂ ਅਸੀਂ ਜਿੱਤ ਸਕਦੇ ਆਪਣੇ ਆਪ ਨੂੰ, ਜਦੋਂ ਅਸੀਂ ਗੁਰੂ ਸਾਹਿਬ ਨੂੰ ਵੇਖੀਏ ਵੀ ਉਹਨਾਂ ਨੇ ਕਿਵੇਂ ਜਿੱਤਿਆ ਆਪਣੇ ਆਪ ਨੂੰ, ਉਹ ਕਿਵੇਂ ਭਵ ਸਾਗਰ ਤੋਂ ਪਾਰ ਹੋਏ। ਬਸ ਆ ਸ਼ਬਦ ਦੀ ਵਿਚਾਰ ਕਰਨ ਦਾ ਔਰ ਇਤਿਹਾਸ ਸੁਣਾਉਣ ਜਾਂ ਸੁਣਨ ਦਾ ਮਤਲਬ ਹੀ ਇਹ ਹੈ, ਸਾਡੇ ਵਡੇਰੇ ਕਿਵੇਂ ਸੱਚ ਨਾਲ ਜੁੜੇ ਰਹੇ, ਕਿਵੇਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਮਹਾਰਾਜ ਕਹਿੰਦੇ ਕਿਉਂ ਛੂਟੂ ਕੈਸੇ ਤਨੂੰ ਭਵਜਲ ਨਿੱਧ ਭਾਰੀ। ਰਾਖ ਰਾਖ ਮੇਰੇ ਬੀਠੜਾ, ਹੇ ਮੇਰੇ ਬੀਠਨ ਰੱਖ ਲੈਣਾ ਕਰੋ। ਜਨ ਸਰਨ ਤੁਮਾਰੀ, ਜਨ ਤੁਮਾਰੀ ਸਰਨ ਚ ਆਇਆ। ਬਲ ਛੁੱਟ ਕੇ ਉਹ ਬੰਧਨ, ਮੇਰੇ ਕੋਲ ਕੋਈ ਤਾਕਤ ਨਹੀਂ ਹੈ, ਬੰਧਨ ਪਰੇ ਬੰਧਨਾਂ 'ਚ ਫਸਿਆ। ਜਨ ਸ਼ਰਨ ਤੁਮਾਰੀ, ਜਨ ਤੁਹਾਡੀ ਸ਼ਰਨ 'ਚ ਆਇਆ। ਵਿਖੇ ਵਿਖੇ ਕੀ ਵਾਸਨਾ, ਵਿਸ਼ੇ ਵਿਕਾਰਾਂ ਦੀ ਵਾਸਨਾ 'ਚ ਫਸਿਆ ਹੋਇਆ ਮੈਂ। ਕਿਸੇ ਨੂੰ ਨਸ਼ਾ ਲੱਗਾ, ਕੋਈ ਕਿਸੇ ਤਰ੍ਹਾਂ ਦੇ ਵੀ ਕੋਈ ਵਿਕਾਰ 'ਚ ਫਸਿਆ ਹੋ ਸਕਦਾ ਹੈ, ਕਿਸੇ ਤਰ੍ਹਾਂ ਦਾ ਮਾਇਆ ਮੋਹ ਹੋ ਸਕਦਾ ਹੈ, ਉਹ ਸੋਚ ਉਹਦੀ ਗਿਰੀ ਹੋ ਸਕਦੀ ਹੈ, ਕੋਈ ਹੋਰ ਤਰੀਕੇ ਨਾਲ ਕਿਸੇ ਤਰ੍ਹਾਂ ਵਿਕਾਰ 'ਚ ਫਸਿਆ ਹੋ ਸਕਦਾ ਹੈ। ਮਰਦ ਨਹੀਂ ਬਚ ਸਕਦਾ। ਤੁਹਾਡੀ ਸ਼ਰਨ 'ਚ ਆਇਆ। ਵਿਖੇ ਵਿਖੇ ਕੀ ਵਾਸਨਾ ਤਜੀ ਨਹੀਂ ਜਾਈ। ਸੱਚ ਬੋਲਿਆ ਮਹਾਰਾਜ, ਮੈਂ ਛੱਡ ਕੋਈ ਨਹੀਂ ਜੇ ਸਕਦਾ, ਇਹ ਵਾਸਨਾ ਛੱਡੀ ਨਹੀਂ ਜਾਂਦੀ। ਕੋਈ ਆ ਕੇ ਕਹੇ ਮਹਾਰਾਜ ਨਸ਼ਾ ਲਾ ਬੈਠਾ, ਛੱਡ ਨਹੀਂ ਸਕਦੇ, ਤੁਹਾਡੀ ਹੁਣ ਕਿਰਪਾ ਵਰਤੇਗੀ ਤੇ ਬਖਸ਼ਿਸ਼ ਵਰਤਣੀ ਹੈ। ਅਨਕ ਯਤਨ ਕਰ ਰਾਖੀਐ, ਫਿਰ ਨਿਪਟਾਈ। ਮੈਂ ਯਤਨ ਬੜੇ ਬਚਨ ਦੇ ਕੀਤੇ, ਬਚ ਜਾ ਇਹਨਾਂ ਵਿਕਾਰਾਂ ਤੋਂ, ਇਸ ਨਸ਼ੇ ਤੋਂ ਬਚ ਜਾ, ਪਰ ਮੈਂ ਬਚ ਨਹੀਂ ਸਕਦਾ ਜੀ। ਕਈ ਵਾਰੀ ਐਸਾ ਹੁੰਦਾ ਮਨੁੱਖ ਛੱਡਣਾ ਚਾਹੁੰਦਾ ਹੈ
और वो छड्ड नहीं सकता। फिर चलो अज करदा, वो सारी जिंदगी इस तरह ही दलदल च फसिया रहता है। हुण उस दलदल चों कोई बांह पकड़े, खिंच के बाहर कढे तो मनुख निकल सकता है। जरा जीवन जोबन गया, कहते विकारां च फसिया, जरा जीवन जोबन, मेरी जवानी लंघ गई नशे च, विकारां च पिया होया, जोबन गया भी फसिया रहा, पता ही नहीं लगा कदों शरीर ते जवानी बदगी करनी ही इस समय च, पता ही नहीं लगा जी। ते फिर लपटाई, जरा जीवन जोबन गया, किश किया ना नीका, कहते जवानी लंघ गई, कोई चज का काम नहीं किया। ये अरदास रूपी शब्द है भी गुरु साहब अगे तरला, रब अगे तरला लिया जा रहा है भी महाराज तुसी हुण किरपा करो, बाल छुट के बंधन परे, कछू ना हो तो पाए, बचना चाहना पर उपाय कोई नहीं काम करता है। एहो जीरा निर्मोल को कौटी लग पीका, जीरा निर्मोलक सी, कौटी नाल जुड़ गया। साडे अंदर जिहड़े सवास चलते हैं ना, साडा जीवन बेशुमार कीमती है। ते महाराज ने कहा हीरे जैसा जन्म है हीरा बेशुमार कीमती होंदा है, पर होंदा की है कौडी बदले जाए, कौडी भी इहदा मुल नहीं जे पैंदा। बंदा कोई चढ़ाई कर दे ते 10 बंदे कह देन चंगा होया, मगरों लथा, उहदे नालों ते गुरमुख हो कोई बंदा धरेक हो ही नहीं जे सकदा भी किसी दिन मरण तो बाद भी लोग उन्होंने कहण भी चंगा हो गया भी इन्हूं ते चले ही जाना चाहिए है। महाराज कहते फिर आउण दा लाभ की ही, हीरे जैसा जन्म है कौडी बदले जाए, जन्म तो बेशुमार कीमती सी, लोगों ने कोल खड़ के लाश दे कह दिता आया ही क्यों सी संसार ते, आप विकारां च फसिया, इन्हें पता नहीं किन्नियां को दलदल च फसा दिता है, ये आया ही क्यों। फिर उस बंदे दे आउण दा भी लाभ की है, जे 10 बंदे जाण तो बाद भी इहो जिहियां गल्लां करन दा। एहो जीरा निर्मोल को कौडी लग मीका, कहो कबीर मेरे माधवा, भगत कबीर जी कहते मेरे माधवा माया के पति परमात्मा अगे बेनती है, तू सर्व व्यापी, तू सारियां च व्यापिया होया। वो घट घट रब रहा बनवारी है भी किहड़ी जगह वाहिगुरू जी जिथे तू नहीं है, तुम समसर ना ही दयाल, तेरे वर्गा दयालु को नहीं वाहिगुरू, मोहे समसर पापी, मेरे वर्गा पापी को नहीं। बेनती है गुरु साहब के चरणों च, रब के चरणों च, बाल छुट के बंधन परे, कछू ना हो तो पाए। हुण मैं बल हार चुकिया, हुण तो बंधना च फसिया। कोई कड़ी मान लो किसी ने क्राइम किया, उन्होंने सज़ा हो गई, हुण उत्थे तरले लवे किवें बच सकते, सज़ा हो गई है 20 साल की, उम्र कैद हो गई है, हुण तरले लिया कुछ नहीं बचना। हाँ हुण जज तरस करे तो उसकी सज़ा माफ हो सकती, हुण तो तरस के आधार पर ही बच सकता है, वैसे तो उन्हें क्राइम किया होया। असी सारिया ने क्राइम किया, ये तो गुरु तरस करे तो हुण असीं बच सकते हैं। दास ने अगे एक दिन बेनती की, वो कोई बंदा सी उन्हें जिंदगी च कहता मैं पाप ही कोई नहीं किया, वो निक्का जिहा वो साधुआं नूं परिवार ने दे दिता तो साधुआं दे विच ही रहा। वो कहता कोई क्राइम नहीं, तो जदों वो किसी ने उन्होंने पकड़ लिया तो फांसी देन लगे, जदों दरख्त नाल लटकाउण लगे, राजा का राज होंदा सी, जिथे बंदा खड़ा होंदा सी उस दरख्त नाल ही लटका दिंदे हन। ये नहीं सी कोई पील दलील किते कर सकता ही बंदा, वो बस राजा इन्नी क गल कहंदा सी इहनूं लटका दिओ, जिथे खड़ा होंदा ही दरख्त नाल लटका दिंदे है। वो जो दरख्त नाल लटकाउण लगे तो रब अगे अरदास करदा, कहंदा जी मैं पाप ही कोई नहीं कीता, मैनूं सज़ा क्यों। वो बंदा कहंदा, वो कहंदा रब इंसाफ कर, मैनूं सज़ा काहदी, मैं पाप ही नहीं कीता। कहते जो इतना करता रहा, रब ने इनू एक कर्म विखाया इहदा जिहड़ा बचपन का है, कहता भी तू आ बचपन च एक वो तितली कहा गया उत्थे निक्की जी, तू उहदी अखां च जिउंदी दे सूलियां मारियां, बड़ी तड़फ तड़फ के मरी, उहदी अखां च सूला मारन की तेनू ये सज़ा मिल लगी, तेनू फांसी ते अज लटकाया जान लगा। किसी को मारांगे गुरमुख तो रस्सा साडे गल च भी पैना, ये गल सानूं हमेशा याद रखनी चाहिए है। जिहो जिहा असीं किसी को कुछ देने हैं ना, उहो जिहा सानूं एक दिन मिलना है। बंदा सिंह बहादुर नूं फरोखसीयत एक गल कहंदा है, कहंदा बंदिया सिया कैसी मौत मरनी चाहुंदा है। फरोखसीयत तो दिल्ली के तख्त ते बैठा है, तो बंदा सिंह ने हस के एक गल कही है, कहंदे जिहो जी मौत फरोखसीयत तू आप मरना चाहुंदा है ना, उहो जी मौत ही मैनूं दे। पता ये पिछे बड़ी वड्डी गल सी, कहते जिहो जी मैनू मौत देगा, बंदा सिंह बहादुर कहता मैं धर्मी कोई पाप नहीं किया, पर तू सज़ा देन लगा एक निर्दोष नूं जिहो जी सज़ा देन लगा, उहो जी मौत तू मरेगा। फिर इन्हें पता की किया ही फरोखसीयत ने, चलो इन्हें उस टाइम तो सोचा होएगा भी मेरे नाल एवें कौन कर सकता है,
ਬੰਦਾ ਸਿੰਘ ਬਹਾਦਰ ਮੇਰਾ ਕੈਦੀ ਹੈ, ਇਹਦੇ ਨਾਲ ਮੈਂ ਜੋ ਮਰਜ਼ੀ। ਉਹਨੇ ਬੰਦਾ ਸਿੰਘ ਬਹਾਦਰ ਦਾ ਜਮੂਰਿਆਂ ਦੇ ਨਾਲ ਮਾਸ ਖਿੱਚਿਆ ਸਰੀਰ ਦਾ। ਇਹਨੇ ਇੱਕ ਛੁਰੀ ਲਈ ਤੇ ਜਿਉਂਦੇ ਬੰਦਾ ਸਿੰਘ ਬਹਾਦਰ ਦੀ ਖੱਬੀ ਅੱਖ ਦਾ ਆਨਾ ਪਹਿਲਾਂ ਬਾਹਰ ਕੱਢਿਆ, ਜਮੂਰਾਂ ਨਾਲ ਮਾਸ ਖਿੱਚਿਆ, ਟੋਟੇ ਕੀਤੇ ਸਰੀਰ ਦੇ। ਉਹ ਬੜਾ ਜਦੋਂ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋ ਗਏ ਨਾ, ਤੇ ਫਿਰ ਬੋਲ ਉਹਨਾਂ ਦੇ ਜਦੋਂ ਫਰੋਕਸੀਅਰ ਮਰਿਆ ਨਾ, ਇਹਦੀ ਫੌਜ ਨੇ ਫਰੋਕਸੀਅਰ ਨਾਲ ਉਹੀ ਕੁਝ ਕੀਤਾ ਜੋ ਇਹਨੇ ਬੰਦਾ ਸਿੰਘ ਬਹਾਦਰ ਨਾਲ ਕੀਤਾ ਹੈ। ਇਹਦੀਆਂ ਵੀ ਜਿਉਂਦੇ ਦੀਆਂ ਅੱਖਾਂ ਕੱਢੀਆਂ ਗਈਆਂ, ਇਹਦਾ ਵੀ ਮਾਸ ਨੋਚਿਆ, ਉਹਨਾਂ ਨੇ ਧੂ ਧੂ ਕੇ ਇਹਨੂੰ ਮਾਰਿਆ। ਕਹਿਣ ਦਾ ਭਾਵ ਹੈ ਬੇਦੋਸ਼ੇ ਨੂੰ ਜਿਹੋ ਜਿਹੀ ਸਜ਼ਾ ਦਿਆਂਗੇ, ਜੇ ਕਿਸੇ ਦੀ ਅੱਜ ਗੱਲ 'ਚ ਫੰਦਾ ਪਾਉਣ ਲਈ ਤਿਆਰ ਰਹਿੰਦੇ ਆ ਨਾ, ਫੰਦਾ ਇੱਕ ਦਿਨ ਸਾਡੇ ਗੱਲ 'ਚ ਨੂੰ ਪੈਣਾ ਹੈ। ਇਹ ਗੁਰੂ ਇਨਸਾਫ, ਰੱਬ ਇਨਸਾਫ ਕਰਦੇ, ਉਹਦੇ ਘਰ ਸਦਾ ਨਿਆਂ ਆ, ਤੇਰੇ ਘਰ ਸਦਾ ਸਦਾ ਹੈ ਨਿਆਓ। ਉਹ ਸਦਾ ਹੀ ਇਨਸਾਫ ਕਰਦਾ ਹੈ। ਉਹ ਜਦੋਂ ਉਸ ਫਕੀਰ ਨੂੰ ਕਿਹਾ ਵੀ ਤੂੰ ਬਚਪਨ 'ਚ ਤਿਤਲੀ ਦੀਆਂ ਅੱਖਾਂ 'ਚ ਸੂਲਾ ਮਾਰ ਕੇ ਉਹਦੀ ਸਜ਼ਾ ਤੈਨੂੰ ਫਾਂਸੀ ਮਿਲਣ ਲੱਗੀ ਹੈ, ਕਹਿੰਦਾ ਜੀ ਉਹ ਗੁਨਾਹ ਮਾਫ ਹੋਣਾ ਚਾਹੀਦਾ, ਉਹ ਬਚਪਨਾ ਸੀ, ਬੇਸਮਝੀ ਸੀ ਉਦੋਂ ਮੇਰੇ 'ਚ। ਕਹਿਣ ਲੱਗੇ ਕਰਮ ਤੇ ਤੂੰ ਹੀ ਕੀਤਾ ਹੈ ਨਾ। ਕਹਿਣ ਲੱਗਾ ਨਹੀਂ ਰੱਬਾ ਤੈਨੂੰ ਇਨਸਾਫ ਕਰਨਾ ਚਾਹੀਦਾ, ਇਨਸਾਫ ਕਰਨਾ ਚਾਹੀਦਾ, ਇਨਸਾਫ ਕਰਨਾ ਚਾਹੀਦਾ। ਇਸ ਤਰ੍ਹਾਂ ਪੁਕਾਰਦਾ ਰਿਹਾ, ਫਿਰ ਵੀ ਇਹਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਇਨਸਾਫ ਮੰਗਦਾ ਮੰਗਦਾ ਫਾਂਸੀ ਤੇ ਲਟਕ ਗਿਆ। ਤੇ ਜਦੋਂ ਰੱਬ ਦੇ ਘਰ ਦੀ ਆਤਮਾ ਗਈ, ਉੱਥੇ ਇਹਨੇ ਕੁਲਾਮਾ ਦਿੱਤਾ ਰੱਬ ਨੂੰ। ਕਹਿਣ ਲੱਗਾ, ਕਹਿੰਦਾ ਕਮਾਲ ਹੋ ਗਈ, ਮੈਨੂੰ ਬਿਨਾ ਕਿਸੇ ਕਰਮ ਤੋਂ ਸਜ਼ਾ ਮਿਲੀ ਹੈ, ਮੈਂ ਜੋ ਕੀਤਾ ਹੀ ਨਹੀਂ। ਕਹਿੰਦੇ ਕੀਤਾ ਤੈਨੂੰ ਵਿਖਾਇਆ ਵੀ ਤੂੰ ਤਿਤਲੀ ਦੀਆਂ ਅੱਖਾਂ 'ਚ ਸੂਲਾਂ ਮਾਰੀਆਂ, ਤੈਨੂੰ ਸਜ਼ਾ ਮਿਲੀ। ਕਹਿਣ ਲੱਗਾ ਉਹ ਬਚਪਨਾ ਸੀ। ਤੇ ਕਹਿਣ ਲੱਗਾ ਰੱਬਾ ਤੂੰ ਇਨਸਾਫ ਨਹੀਂ ਕੀਤਾ। ਤੇ ਉੱਥੇ ਰੱਬ ਨੇ ਇੱਕ ਗੱਲ ਕਹੀ ਵੀ ਤੂੰ ਤੇ ਕਹਿੰਦਾ ਰਿਹਾ ਇਨਸਾਫ ਕਰ, ਇਨਸਾਫ ਕਰ, ਇਨਸਾਫ ਕਰ, ਤੈਨੂੰ ਉਹ ਸਜ਼ਾ ਫਿਰ ਵੀ ਮਿਲੀ। ਜੇ ਕਿਤੇ ਇੰਨੀ ਵਾਰੀ ਕਹਿ ਤੈਨੂੰ ਨਾ ਰੱਬਾ ਮਾਫ ਕਰ, ਮਾਫ ਕਰ, ਮਾਫ ਕਰ, ਫਿਰ ਤੈਨੂੰ ਅਸੀਂ ਬਖਸ਼ ਦੇਣਾ ਹੈ। ਰੱਬ ਇਨਸਾਫ ਕਰਨ ਤੇ ਆਵੇ ਨਾ, ਜਿੰਨੇ ਕਰਮਾਂ ਦਾ ਲੋਕਾਂ ਨੂੰ ਨਹੀਂ ਪਤਾ ਅਸੀਂ ਪਾਪ ਕੀਤੇ, ਰੱਬ ਨੂੰ ਪਤਾ ਹੈ। ਪਾਪ ਇਹ ਨਹੀਂ ਵੀ ਅਸੀਂ ਸਰੀਰ ਨਾਲ ਕਰ ਦਿੱਤਾ ਤੇ ਉਹ ਪਾਪ ਹੈ, ਅਸੀਂ ਸੋਚ ਲਿਆ ਕਿਸੇ ਬਾਰੇ ਮਾੜਾ, ਉਹ ਪਾਪ ਹੈ, ਉਹਦੀ ਸਜ਼ਾ ਸਾਨੂੰ ਰੱਬ ਦੇ ਘਰ ਜ਼ਰੂਰ ਮਿਲਣੀ ਹੈ। ਅਸੀਂ ਤੁਰੇ ਜਾਂਦੇ ਸੋਚ ਲੈਂਦੇ ਹਾਂ, ਸਾਡੀ ਦ੍ਰਿਸ਼ਟੀ ਮੈਲੀ ਹੋ ਜਾਂਦੀ ਹੈ। ਮੰਨ ਲਓ ਕਿਸੇ ਦੀ ਧਨ ਤੇ ਸਾਡੀ ਨਜ਼ਰ ਪੈ ਗਈ ਵੀ ਇਹ ਲੁੱਟ ਲੈਣਾ ਚਾਹੀਦਾ, ਵੀ ਇਹ ਧਨ ਕਿਤੇ ਚੋਰੀ ਮੇਰੇ ਘਰੇ ਹੁੰਦਾ, ਉਹ ਅਸੀਂ ਚੋਰੀ ਕਰ ਲਿਆ ਹੈ। ਕਿਸੇ ਦੀ ਕੋਈ ਚੀਜ਼ ਤੇ ਅਸੀਂ ਨਿਗਾਹ ਵੀ ਇਹ ਮੇਰੇ ਕੋਲ ਹੋਣੀ ਚਾਹੀਦੀ, ਅਸੀਂ ਚੁਰਾ ਲਈ ਹੈ, ਉਹ ਕਰਮ ਬਣ ਗਿਆ, ਭਾਵੇਂ ਤੁਸੀਂ ਚੋਰੀ ਕੀਤੀ ਹੈ ਚਾਹੇ ਨਹੀਂ ਕੀਤੀ ਹੈ। ਮਹਾਰਾਜ ਕਹਿੰਦੇ ਕਛੂ ਨਾ ਹੋ ਤੋਂ ਪਾਏ, ਫਿਰ ਕੋਈ ਉਪਾਅ ਨਹੀਂ, ਕਿਉਂਕਿ ਕਰਮ ਕੀਤੇ ਹੋਏ ਨੇ। ਹੁਣ ਬਚਾਂਗੇ ਕਿਵੇਂ? ਹੁਣ ਤੇ ਕ੍ਰਾਈਮ ਕੀਤਾ ਸੀ, ਸਜ਼ਾ ਮਿਲ ਰਹੀ ਹੈ, ਹੁਣ ਤੇ ਜੇਲ੍ਹ 'ਚ ਹੁਣ ਤੇ ਤਰਸ ਦੇ ਆਧਾਰ ਤੇ ਹੀ ਬਚ ਸਕਦੇ ਹੈ। ਕ੍ਰਾਈਮ ਤੇ ਅਸੀਂ ਕੀਤੇ ਹੋਏ ਹੈ। ਮਹਾਰਾਜ ਕਹਿੰਦੇ ਤਾਕਤ ਮਿਲਣੀ ਸੀ, ਜਿਹਨੇ ਸਾਡੀ ਕੌਮ ਦੇ ਸ਼ਹੀਦ ਹੋਏ, ਤਾਕਤ ਕਿੱਥੋਂ ਮਿਲੀ? ਗੁਰਬਾਣੀ ਚੋਂ ਚਰਖੜੀਆਂ ਤੇ ਪਿਓ ਪੁੱਤ ਚੜ੍ਹ ਗਏ। ਸ਼ਾਹਬਾਜ਼ ਸਿੰਘ, ਸ਼ਬੇਗ ਸਿੰਘ, ਉਹਨਾਂ ਦੇ ਅੰਦਰ ਬਲ ਸੀ ਵੀ ਉਹ ਚਰਖੜੀਆਂ ਤੇ ਚੜ੍ਹ ਸਕਦੇ ਹਨ। ਸਾਡੇ ਬੱਚਿਆਂ ਦੇ ਵਕਾਰਾਂ 'ਚ ਪਤਾ ਕਿਉਂ ਡਿੱਗ ਰਹੇ ਨੇ? ਉਹਨਾਂ ਦੇ ਅੰਦਰ ਅਸੀਂ ਉਹ ਬਲ ਹੀ ਨਹੀਂ ਪੈਦਾ ਕੀਤਾ। ਸਾਹਿਬਜ਼ਾਦਿਆਂ ਦਾ ਇਤਿਹਾਸ ਹੀ ਨਹੀਂ ਉਹਨਾਂ ਨੂੰ ਸੁਣਾਇਆ। ਜੇ ਕਿਤੇ ਨਿੱਕੇ ਨਿੱਕੇ ਬੱਚਿਆਂ ਨੂੰ ਸੁਣਾਇਆ ਹੁੰਦਾ ਨਾ, 7 ਸਾਲ ਦਾ ਫਤਿਹ ਸੀ, ਉਹ ਨੀਆਂ 'ਚ ਜਕਾਰੇ ਲਾਉਂਦਾ ਰਿਹਾ। ਤੇ ਮਾਫ ਕਰਨਾ, ਅੱਜ ਸਾਡੇ 7 ਸਾਲ ਦੇ ਬੱਚੇ ਨਾਈਆਂ ਦੀ ਦੁਕਾਨ ਤੇ ਨਾ ਬੈਠਦੇ ਜੇ 7 ਸਾਲ ਦਿਆਂ ਨੂੰ ਜਕਾਰਿਆਂ ਵਾਲਾ ਇਤਿਹਾਸ ਸੁਣਾਇਆ ਗਿਆ ਹੁੰਦਾ ਨਾ। ਅੱਜ ਉਹ ਆਪਣੇ ਕੇਸ ਨਾ ਕਤਲ ਕਰਾਉਂਦੇ। ਜੇ ਉਹਨਾਂ ਨੂੰ ਤਾਰੂ ਸਿੰਘ ਦੇ ਇਤਿਹਾਸ ਤੋਂ ਬਲ ਮਿਲਦਾ, ਅੱਜ ਸਾਡੇ ਕੇਸ ਨਲੀਆਂ ਗਾਲੀਆਂ, ਉਹ ਗਲੀਆਂ ਨਾਲੀਆਂ 'ਚ ਨਾ ਰੁੜ ਰਹੇ ਹੁੰਦੇ, ਉਹਨਾਂ ਦੀ ਬੇਅਦਬੀ ਨਹੀਂ ਹੁੰਦੀ। ਜੇ ਅਸੀਂ ਬਲ ਦਿੱਤਾ ਹੁੰਦਾ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਵਿੱਚੋਂ ਦਾ, ਨਾ ਅਸੀਂ ਬਲ ਲਿਆ ਸਿਮਰਨ ਤੋਂ, ਨਾਮ ਤੋਂ, ਨਾ ਗੁਰਬਾਣੀ ਅਸੀਂ ਪੜ੍ਹੀ। ਹੁਕਮਨਾਮਾ ਦਾਸ ਨੇ ਪਹਿਲਾਂ ਹੀ ਅੱਜ ਦਾ ਸੁਣਾ ਦਿੱਤਾ, ਬਾਣੀ ਵਿਸਰ ਗਈ, ਪੱਕੇ ਰੋਗੀ ਬਣ ਗਏ। ਜਿੱਥੋਂ ਬਲ ਮਿਲਣਾ ਸੀ ਬੰਧਨਾਂ 'ਚ ਪੈ ਕੇ ਬਲ ਲਿਆ ਹੀ ਨਹੀਂ, ਤਾਕਤ ਹੀ ਨਹੀਂ ਰਹੀ ਸਾਡੇ ਅੰਦਰ ਲੜਨ ਦੀ ਵਿਕਾਰਾਂ ਨਾਲ, ਭਾਵੇਂ ਦੁਨਿਆਵੀ ਤੌਰ ਤੇ ਵੇਖ ਲਓ। ਜੇ ਤਾਕਤ ਹੈ ਫਿਰ ਅਸੀਂ ਕਿਸੇ ਦਾ ਮੁਕਾਬਲਾ ਕਰ ਸਕਦੇ ਹਾਂ, ਜੇ ਸਾਡੇ ਕੋਲ ਤਾਕਤ ਹੀ ਨਹੀਂ ਹੈ ਫਿਰ ਮੁਕਾਬਲਾ ਵੀ ਕਿਸੇ ਦਾ ਨਹੀਂ ਕਰ ਸਕਾਂਗੇ। ਮਹਾਰਾਜ ਕਹਿੰਦੇ ਬਲ ਛੁੱਟ ਗਿਓ ਬੰਧਨ ਪਰੇ, ਬਲ ਅੰਦਰੋਂ ਖਤਮ ਹੋ ਗਿਆ, ਬੰਧਨਾਂ 'ਚ ਪੈ ਗਏ। ਕਛੂ ਨਾ ਹੋਤ ਉਪਾਏ, ਹੁਣ ਇੰਨੇ ਦਲਦਲ 'ਚ ਫਸ ਗਏ ਹੈ, ਹੁਣ ਤੇ ਬਾਹਰ ਨਿਕਲਿਆ ਨਹੀਂ ਜਾ ਸਕਦਾ, ਕੋਈ ਉਪਾਏ ਨਹੀਂ ਸੋਚ ਰਿਹਾ ਹੈ। ਨਾਨਕ ਅਬ ਓਟ ਹਰ ਗਜ ਜੋ ਹੋ ਸਹਾਈ। ਫਿਰ ਰੱਬ ਅੱਗੇ ਅਰਦਾਸ ਕੀਤੀ, ਕਹੋ ਨਾਨਕ ਅਬ ਓਟ ਹਰ। ਰੱਬ ਜੀ ਹਰ ਦੀ ਹੁਣ ਓਟ ਹੈ, ਤੁਹਾਡਾ ਹੀ ਆਸਰਾ ਹੈ। ਅਬ ਦਾ ਅਰਥ ਹੁਣ, ਉਪਾਅ ਕਰਕੇ ਵੇਖ ਲਿਆ ਨਹੀਂ ਬਚ ਸਕੇ, ਕਛੂ ਨਾ ਹੋ ਤੋਂ ਪਾਏ, ਹੁਣ ਓਟ ਹਰ। ਗੁਰਮੁਖੋ ਅਸਲ ਅੰਦਰ ਨਾ ਬੰਦਾ ਆਉਂਦਾ ਹੀ ਗੁਰੂ ਘਰ ਉਦੋਂ ਹੈ ਜਦੋਂ ਸਾਰੇ ਪਾਸਿਆਂ ਤੋਂ ਹਾਰ ਜਾਂਦਾ, ਥੱਕ ਜਾਂਦਾ।
ਇੱਥੇ ਆਣ ਕੇ ਨਾ ਕਈ ਕਹਿੰਦੇ ਨਾ ਮਹਾਰਾਜ ਮੈਂ ਫਲਾਣੇ ਥਾਂ ਤੇ ਗਿਆ ਮੈਨੂੰ ਨਹੀਂ ਮਿਲਿਆ ਕੁਝ, ਫਲਾਣੇ ਥਾਂ ਤੇ ਗਿਆ ਕੁਝ ਨਹੀਂ ਮਿਲਿਆ, ਫਿਰ ਹਾਰ ਥੱਕ ਕੇ ਇੱਥੇ ਆਣ ਕੇ ਡਿੱਗ ਪੈਂਦੇ, ਬਾਬਾ ਹੁਣ ਤੇ ਤੇਰਾ ਹੀ, ਹੁਣ ਤੂੰ ਹੀ ਕਿਰਪਾ ਕਰ। ਤੇ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਵੀ ਹੈ। ਜਦੋਂ ਕਹਿ ਦਿੰਦੇ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ। ਦੁਆਰ ਜਦੋਂ ਕਹਿ ਦਿੰਦੇ ਅਵਰ ਨਾ ਸੂਝੇ ਦੂਜੀ ਠਾਦ, ਹਾਰ ਪਰਿਓ ਤੋਂ ਦੁਆਰੀ ਕਹੋ ਨਾਨਕ ਅਬ ਓਟ ਹੱਦ, ਗਜ ਜਿਉ ਹੋ ਸਹਾਏ। ਗਜ ਹਾਥੀ ਨੂੰ ਕਹਿੰਦੇ ਮਹਾਰਾਜ ਜਿਵੇਂ ਹਾਥੀ ਨੂੰ ਤੁਸੀਂ ਬਚਾਇਆ। ਉਹ ਇਤਿਹਾਸ ਆਪਾਂ ਨੇ ਬਹੁਤ ਵਾਰੀ ਸਰਵਣ ਕੀਤਾ। ਹਾਥੀ ਪਾਣੀ ਪੀਣ ਗਿਆ ਸਮੁੰਦਰ ਚੋਂ, ਜਦੋਂ ਪਾਣੀ ਪੀਣ ਗਿਆ ਤੇ ਉਹ ਪਾਣੀ ਪੀ ਰਿਹਾ ਸੀ, ਤਦਵੇ ਨੇ ਉਹਨੂੰ ਜਕੜ ਲਿਆ ਜੀ, ਉਹਨੂੰ ਪੈਰਾਂ ਤੋਂ। ਹੁਣ ਤਦਵੇ ਨੇ ਜਕੜ ਲਿਆ, ਹਾਥੀ ਹੁਣ ਨਿਕਲ ਨਹੀਂ ਸਕਦਾ। ਇਹਦੇ ਨਾਲ ਦੇ ਹਾਥੀ ਸੀ ਪਹਿਲਾਂ, ਤੇ ਉਹਨਾਂ ਨੇ ਥੋੜਾ ਜਿਹਾ ਕੀਤਾ ਯਤਨ, ਸੁੰਡ 'ਚ ਸੁੰਡ ਪਾ ਕੇ ਕਹਿੰਦੇ ਨੂੰ ਖਿੱਚ ਕੇ ਲੈ ਜਾਂਦੇ ਆ। ਬੜਾ ਉਹਨਾਂ ਯਤਨ, ਜਦੋਂ ਨਹੀਂ ਕੋਈ ਉਪਾਅ ਉਹਨਾਂ ਨੂੰ, ਫਿਰ ਹਾਥੀ ਨਾ ਬਚਾ ਸਕੇ। ਫਿਰ ਕੀ ਹੋਇਆ, ਫਿਰ ਉਹ ਛੱਡ ਕੇ ਚਲੇ ਗਏ ਜੀ। ਨਾਲ ਦੇ ਸਾਥੀ ਕਹਿੰਦੇ ਹੁਣ ਅਸੀਂ ਥੋੜੀ, ਸਾਨੂੰ ਵੀ ਤਦਵਾ ਘੇਰ ਸਕਦਾ। ਉਹ ਛੱਡ ਗਏ ਜੀ। ਜਦੋਂ ਕੋਈ ਆਸਰਾ ਹਾਥੀ ਨੂੰ ਨਾ ਦਿਸਿਆ ਨਾ, ਫਿਰ ਇੱਕ ਫੁੱਲ ਰੁੜਿਆ ਆਉਂਦਾ ਸੀ ਪਾਣੀ ਦੇ ਉੱਪਰ, ਉਹਨੇ ਸੁੰਡ 'ਚ ਫੁੱਲ ਪਕੜਿਆ ਹਾਥੀ ਨੇ। ਉਹਨੇ ਫਿਰ ਨਾ ਓਟ ਹੱਦ, ਗੱਜ ਜਿਉਂ, ਗੱਜ ਨੇ ਜਿਵੇਂ ਹਾਥੀ ਨੇ ਫਿਰ ਰੱਬ ਅੱਗੇ, ਹਰ ਅੱਗੇ ਅਰਦਾਸ ਕੀਤੀ, ਰੱਬ ਜੀ ਮੇਰਾ ਪਰਿਵਾਰ ਮੈਨੂੰ ਛੱਡ ਗਿਆ, ਮੇਰੇ ਸਾਥੀ ਚਲੇ ਗਏ ਨੇ, ਹੁਣ ਤੁਸੀਂ ਕਿਰਪਾ ਕਰੋ। ਤੇ ਫਿਰ ਕਹਿੰਦੇ ਰੱਬ ਬੋੜਿਆ, ਉਹਨੇ ਤਦਵਾ ਕੱਟਿਆ, ਹਾਥੀ ਬਾਹਰ ਨਿਕਲਿਆ। ਜਦੋਂ ਹਾਥੀ ਨਿਕਲਿਆ ਫਿਰ ਪਰਿਵਾਰ ਵਾਲੇ ਆ ਗਏ ਮੋਹ ਪਾਉਣ ਵਾਸਤੇ। ਹਾਥੀ ਕਹਿੰਦਾ ਨਾ ਨਾ ਨਾ, ਜਿੰਨੇ ਮੈਨੂੰ ਤਦਵੇ ਤੋਂ ਬਚਾਇਆ ਹੁਣ ਉਹਦਾ ਸਿਮਰਨ ਚੱਲੇਗਾ, ਹੁਣ ਤੁਹਾਡੇ ਨਾਲ ਕੋਈ ਮੇਰੀ ਸਾਂਝ ਨਹੀਂ ਹੈ। ਸੱਚ ਜਾਣਿਓ ਜਿੱਥੇ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਬਤ ਨੇਰੇ, ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ। ਜਦੋਂ ਸਾਰੇ ਪਰਿਵਾਰ ਵਾਲੇ ਛੱਡ ਜਾਂਦੇ ਆ, ਫਿਰ ਗੁਰੂ ਸਾਹਿਬ ਦਾ ਚੇਤਾ ਬੜਾ, ਫਿਰ ਰੋਜ਼ ਹਾਜ਼ਰੀ ਵੀ ਕਈ ਭਰ ਜਾਂਦੇ ਆ। ਕਈ ਸਾਰੀ ਜ਼ਿੰਦਗੀ ਨਹੀਂ ਆਉਂਦੇ, ਬਜ਼ੁਰਗੀ 'ਚ ਆਉਂਦੇ, ਕਿਉਂਕਿ ਹੁਣ ਪਰਿਵਾਰ ਵਾਲੇ ਕਦਰ ਨਹੀਂ ਕਰਦੇ। ਕਹਿੰਦੇ ਚਲੋ ਗੁਰਦੁਆਰੇ ਜਾਂਦੇ ਆ, ਚਲੋ ਟਾਈਮ ਪਾਸ ਹੋਏਗਾ। ਬਹੁਤੇ ਗੁਰਦੁਆਰੇ 'ਚ ਤੁਹਾਨੂੰ ਬਜ਼ੁਰਗ ਸਰਾਵਾਂ 'ਚ ਬੈਠੇ ਨਜ਼ਰ ਆਉਣਗੇ। ਤੁਸੀਂ ਕਿਤੇ ਵੇਖਿਓ ਬਿਰਧ ਆਸ਼ਰਮ 'ਚ ਨਜ਼ਰ ਆਉਣਗੇ, ਸਰਾਵਾਂ 'ਚ। ਜਦੋਂ ਪਰਿਵਾਰ ਨੇ ਆਸਰਾ ਛੱਡਿਆ, ਫਿਰ ਉਹਨਾਂ ਨੂੰ ਗੁਰੂ ਘਰ ਦਾ ਆਸਰਾ ਲੈਣਾ ਪਿਆ। ਕਹਿੰਦੇ ਹੁਣ ਤੇ ਗੁਰੂ ਘਰ ਤੋਂ ਹੀ ਪ੍ਰਸ਼ਾਦਾ ਮਿਲ ਸਕਦਾ ਹੈ। ਹੁਣ ਕਿਸੇ ਬਿਰਧ ਆਸ਼ਰਮ 'ਚ ਜਿੱਥੇ ਚੰਗਾ ਪ੍ਰਬੰਧ ਉੱਥੇ ਜਾਓ। ਇੱਕ ਸ਼ਬਦ ਹੈ ਮਹਾਰਾਜ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਮਨ ਦੇ ਜਦੋਂ ਕਛੂ ਨਾ ਹੋ ਤੋਂ ਪਾਏ ਨਾ, ਫਿਰ ਪ੍ਰਭੂ ਦੀ ਸ਼ਰਨ ਵਿਚਾਰ ਲੈਣੀ ਚਾਹੀਦੀ। ਗੱਜ ਗਰਾਹ ਤੇ ਛੂਟਾ ਨਾ, ਜੇ ਸਿਮਰਤ ਗਣਕਾ ਸੀ ਉਤਰੀ, ਫਿਰ ਉਹਦੀ ਸ਼ਰਨ ਪੜੋ ਜਿਹਨੂੰ ਸਿਮਰ ਕੇ ਗਣਕਾ ਪਾਪਣ ਵੀ ਉਤਰ ਗਈ। ਉਹ ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ, ਅਚਾਨ ਚੱਕ ਮਹਾਂਪੁਰਖ ਗਣਕਾ ਵਾੜੇ ਆਏ ਖਲੋਤਾ। ਕਹਿੰਦੇ ਵੀ ਉਹ ਗਣਕਾ ਇੱਕ ਮੰਦਬੁੱਧੀ ਵਾਲੀ ਔਰਤ ਹੈ, ਵਕਾਰ ਭੋਗਣ ਵਾਲੀ। ਮਹਾਂਪੁਰਖ ਜਾਂਦਾ ਸੀ, ਕਿਤੇ ਬਾਰਿਸ਼ ਆ ਗਈ ਤੇ ਉਹ ਗਣਕਾ ਦੇ ਚੁਬਾਰੇ ਦਾ ਆਸਰਾ ਲੈ ਕੇ ਖੜ ਗਿਆ। ਹੁਣ ਗਣਕਾ ਨੇ ਆਵਾਜ਼ ਮਾਰ ਲਈ ਮਹਾਂਪੁਰਖਾਂ ਨੂੰ, ਤੇ ਉਹਨਾਂ ਨੇ ਜਾ ਕੇ ਕਿਹਾ ਬੇਟਾ ਵੀ ਅਸੀਂ ਅੱਗੇ ਜਾਣਾ, ਬਸ ਇੱਥੇ ਆਸਰਾ ਲੈਣਾ ਪਿਆ। ਤੇ ਉਹ ਕਹਿੰਦੀ ਜੀ ਮੈਂ ਤੇ ਵਕਾਰਾਂ 'ਚ ਡਿੱਗੀ ਹੋਈ ਹੈ। ਉਹਨੇ ਗਣਕਾ ਨੇ ਦੱਸਿਆ ਮੈਨੂੰ ਬਚਾਓ ਮਹਾਂਪੁਰਖੋ, ਮੈਂ ਬਹੁਤ ਪਾਪ ਕਰ ਚੁੱਕੀ ਹਾਂ। ਮਹਾਂਪੁਰਖਾਂ ਦੇ ਕੋਲ ਇੱਕ ਤੋਤਾ ਸੀ, ਉਹਨਾਂ ਨੇ ਤੋਤਾ ਦਿੱਤਾ। ਕਹਿੰਦੇ ਬੇਟਾ ਆ ਤੋਤਾ ਲਓ। ਪਤਾ ਸੀ ਉਹਨਾਂ ਨੂੰ ਵੀ ਵਕਾਰਾਂ 'ਚ ਡਿੱਗਾ ਰਾਮ ਰਾਮ ਥੋੜੀ ਜਪੇਗਾ। ਉਹਨਾਂ ਨੂੰ ਪਤਾ ਸੀ ਜੇ ਐਂ ਕਹਿ ਦਿੱਤਾ ਨਾ ਰਾਮ ਰਾਮ ਜਪੋ, ਇਹਨੇ ਜਪਣਾ ਕੋਨੇ। ਤੋਤਾ ਦੇ ਦਿੱਤਾ ਵੀ ਅਸੀਂ ਹੁਣੇ ਹੀ ਪਕੜਿਆ, ਹਜੇ ਇਹਨੂੰ ਰਾਮ ਰਾਮ ਸਿਖਾਉਣਾ। ਬੇਟਾ ਐਂ ਕਰਿਓ, ਅੱਗੇ ਅੱਗੇ ਰਾਮ ਬੋਲਿਓ, ਆ ਤੋਤਾ ਤੁਹਾਡੇ ਤੋਂ ਲੈ ਦਾਂਗੇ। ਪਿੱਛੇ ਤੋਤੇ ਨੂੰ ਕਿਉਂ ਤੂੰ ਰਾਮ ਬੋਲ। ਉਹ ਗਣਕਾ ਬੇਸਵਾ ਜਿਹੜੀ ਔਰਤ ਹੈ, ਉਹ ਤੋਤੇ ਨੂੰ ਰਾਮ ਰਾਮ ਰਟਾਉਂਦੀ ਹੋਈ ਇੱਕ ਦਿਨ ਰੱਬ ਦੇ ਘਰ ਪ੍ਰਵਾਨ ਹੋ ਜਾਂਦੀ। ਉਹ ਵਕਾਰਾਂ ਤੋਂ ਯਾਦ ਹੋ ਜਾਂਦੀ, ਛੱਡ ਦਿੰਦੀ ਵਕਾਰ। ਮਹਾਰਾਜ ਕਹਿੰਦੇ ਉਹਦੀ ਸ਼ਰਨ 'ਚ ਪੈ, ਜਿਹੜਾ ਗਣਕਾ ਨੂੰ ਵੀ ਉਹ ਧਰਮੀ ਬਣਾ ਦਿੰਦਾ, ਗਣਕਾ ਪਾਪੂ ਨੂੰ ਵੀ ਬਖਸ਼ ਦਿੰਦਾ, ਤੈਨੂੰ ਵੀ ਬਖਸ਼ੇਗਾ। ਤੂੰ ਵੀ ਉਹਦੀ ਸ਼ਰਨ ਲੈ। ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਏ। ਉਹਦੇ ਨਾਲ ਜੁੜ ਜਿਹਨੇ ਧਰੂ ਨੂੰ ਸਦੀਵ ਕਾਲ ਵਾਸਤੇ ਰਾਜ ਦਿੱਤਾ। ਧਰੂ ਤਾਰੇ ਦੀ ਤਰ੍ਹਾਂ ਚਮਕ ਰਿਹਾ ਅੱਜ ਵੀ ਸੰਸਾਰ ਦੇ ਅੰਦਰ। ਉਹ ਦਾਸ ਨੇ ਇਤਿਹਾਸ ਬਹੁਤ ਵਾਰੀ ਸੁਣਾਇਆ, ਬੇਨਤੀ ਕਰ ਰਿਹਾ ਵੀ ਇਹਨਾਂ ਨੇ ਰੱਬ ਦਾ ਆਸਰਾ ਲਿਆ ਹੈ, ਕਿਸੇ ਮਨੁੱਖ ਦਾ ਨਹੀਂ, ਕਿਸੇ ਪਖੰਡੀ ਦਾ ਨਹੀਂ, ਕਿਸੇ ਹੋਰ ਤੀਸਰੇ ਚੌਥੇ ਪੰਜਵੇਂ ਦਾ ਨਹੀਂ। ਇਹ ਰੱਬ ਨਾਲ ਜੁੜੇ ਤਾਂ ਬਚੇ ਸਨ। ਧਰੂ ਇੱਕ ਰਾਜੇ ਦਾ ਪੁੱਤਰ ਹੈ, ਤੇ ਉਹ ਜਿਹੜੀ ਦੂਸਰੀ ਰਾਣੀ ਉਹ ਆਪਣੇ ਬਾਪ ਦੀ ਬੁੱਕੜ 'ਚੋਂ ਧੱਕਾ ਮਾਰ ਕੇ ਸੁੱਟ ਦਿੰਦੀ। ਫਿਰ ਰੋਂਦਾ ਜਾਂਦਾ, ਕਹਿੰਦਾ ਮਾਂ ਦੱਸ ਤੂੰ ਇੱਥੋਂ ਦੀ ਨੌਕਰਾਣੀ ਹੈ ਕਿ ਮਹਾਰਾਣੀ ਹੈ। ਕਹਿੰਦੀ ਹੈ ਮਹਾਰਾਣੀ ਹੈ,
पर कर्म इहो ਜਿਹੇ ने नौकरानी नालों बेहतर हालत होई पई है। मां राज ते फिर मेरा हक है, राज किवें मिल सकदा है? मां ने सिक्ख्या दी बेटा रब नूं जपण वाले राज भोगदे है, ते फिर मां की सिक्ख्या तो ध्रुव अपना घर छड्डदा है ते वो जाके रब की बंदगी करदा है। नारद मुनि जांदा है, कहंदा ध्रुव तेरा बाप कहंदा घरे आ तैनूं अद्धा राज देंगा। ध्रुव कहंदा हुण अद्धा राज नहीं, हुण पूरा राज जिहड़ा मैं प्राप्त करना है। उन्हें बंदगी की ते जिहड़ा इतिहास ध्रुव का मिलदा है, कहंदे 36,000 साल राज कीते ध्रुव ने। राज हुण भी उहदा वो ध्रुव निक्का जिहा बच्चा पूछल वाला तारा कोई वेखदा मां नूं पुछदा कि कहंदी ध्रुव तारा ध्रुव वो उत्थे कारण ये सी भी इतिहास सुणाओ बच्चे नूं भी ध्रुव ने रब ते विश्वास किया, उन्हें राज भोगिया। असीं कल्ला बच्चे नूं तारा ना विखाईए, असीं रब ते विश्वास करने वाले दी महाराज ने सानूं भी कहा, कहंदे जे रब ते विश्वास करना है, जे सिमरन करना है तो उस तरह करो जिवें बच्चियां ने कीता। राम जपो जी ऐसे ऐसे ध्रुव प्रहलाद जपियो हर। जिवें ध्रुव ते प्रहलाद ने बच्चे सन 5-5 साल के, बच्चों को विश्वास बंदिया तेनों रब ते विश्वास ही नहीं है। उस तरह रब नाल जुड़ जिवें ये जुड़े सन। महाराज कहंदे दुख हरता ये बेद को स्वामी। महाराज कहंदे वो जिहड़ा दुख हरता है रब, तैं काहे बिसराया। महाराज कहते बंदिया तू क्यों उहनूं बिसरा दिता है, क्यों भुल गया है। जब ही शरण गही कृपा नित गज गरा ते छूटा। कहते जो हाथी ने शरण गज हाथी ने शरण लई ना रब दी, कहते तंदवे तो बच गया। वो रब ने उहदे बंधन कट दिते। महिमा नाम कहाँ लै लो बरनो। कहते नाम की महिमा कित्थों तक बयान करिए। महाराज कहते राम कहे तो बंधन ते छूटा। कहते गज जिहड़ा हाथी ना राम कहता होया बंधना तो बच गया है। क्यों छूटू कैसे तरू बड़ छुट के बंधन परे। राम कहे तो बंधन ते छूटा। महाराज कहते कहो नानक अब ओट हर गज जो हो सहाय। ये बेनती है रब जी, जिवें हाथी ने तुहाडा आसरा लिया सी, तुसीं ओहदी सहायता की, तंदवा कटिया, हाथी नूं बचाया। मेरे ते भी कृपा करो, मैं दलदल च फस गया, मेरी बांह पकड़ो। बांह एक नूं पकड़ाउणी है, दो बांह नूं नहीं। मान लो कि बंदा दलदल च डिग्गा, वो वाजा मारदा मेरी बांह पकड़ो। एक पासों किसी ने पकड़ दी, दूसरे पासों वो दलदल चों निकल नहीं सकेगा। एक दी बांह पकड़े, थोड़ी जी आप भी हिम्मत मारे, वो फिर किनारे ते लग जाते, दलदल चों बच जाते। महाराज कहते इस तरह जे रब दा आसरा लओगे, जिवें हाथी ने रब अगे अरदास की, भाई इस दलदल दे विचों तुसीं बचोगे। जदों कोई बल काम नहीं करता फिर सानूं अरदास करनी चाहिए है। वैसे ना चलो इत्थे भी सारे इहो ਜਿਹੇ बच्चे की किसी ने फाइल लाने, पहला तो इधर उधर भी आ मिल गया। जो कोई विगड़ पै जाता जी एक्टिंग नहीं और रिजैक्ट हो गई, फिर आ जाते कहते अरदास कराने। हुण पहला यतन किया, असीं बल लाया अपना भी इतना बन जाएगा काम, जो नहीं बल लगा फिर कहते जी जापनी साहिब जाते अरदास करते। फिर गुरु कृपा करता है, फिर बिगड़ ना को लागता गुर पै अरदास रखवाला गोबिंद राए। भगतन की रास फिर सालों तो अटकिया होया बंद काम जिहड़ा अपने बहुते काम ने जिहड़े तुसीं अपनी ताकत नाल नहीं जे कर सकते। गुरु कृपा करे तो एक सैकेंड च तुहाडा कारज हुंदा है। आप जी नूं किते कोई काम हुंदा है ना, अड़िया होवे, कड़ा प्रसादी देग लिया के अरदास करो, जिथे चले हो ना तुहाडे तो पहला गुरु साहिब ने उहदे हिरदे च जाके बैठ जाना है। तो आप ही फिर मुड़ो के कहंदा इन्ने सालों तो काम अटकिया सी, अज तो एक मिनट ही लगा है, अज मिनट गुरु साहिब ने लाया है। जदों उहदा आसरा ला के गुरमुखों कोई इहो जिहा कारज नहीं जिहड़ा अटक सकता है जां जिहड़ा सिरे नहीं लगेगा। जे गुरु साहिब जी साडे अंग संग ने फिर कोई कारज मुश्किल नहीं है। गुरु बांह पकड़ लैन, रब दे घर भी मनुख प्रवान हुंदा है। ये दो श्लोक रलने मिलने, अगले श्लोक की तो इसे श्लोक की विचार आप कल के दीवाना च कंप्लीट करांगे। भुलां चुकां दी खिमा जी, समूह संगत का धन्नवाद जी आयां नूं। वाहिगुरू जी का खालसा, वाहिगुरू जी की फतेह। भाई इन्हां स्थानां दी सेवा कार सेवा वाले महापुरख बाबा जगतार सिंह जी करवा रहे हैं। चल रही सभावां चों दीवान हाल की सेवा और सरोवर साहिब की सेवा बड़े पद्धर पर चल रही है। सभावां च हिस्से पा के गुरु साहिब दी खुशियां प्राप्त कर सकते हो जी। और 8 मई को आपने जो समागम रखे बहुत बड़े पद्धर पर, जिथे गुरु ग्रंथ साहिब जी की लड़ीवार कथा